ਹੈਲੋ ਸਟੂਡੈਂਟਸ, ਹਿਸਟਰੀ ਥਰਡ ਸਮੈਸਟਰ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਸੈਕੰਡ ਯੂਨਿਟ ਚੱਲ ਰਹੀ ਸੀ। ਸਾਡਾ ਕੁਐਸਚਨ ਚੱਲ ਰਿਹਾ ਸੀ ਬ੍ਰਿਟਿਸ਼ ਖੇਤੀ ਸੰਬੰਧੀ ਨੀਤੀਆਂ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤੇ ਗਏ ਸਥਾਈ ਬੰਦੋਬਸਤ ਦੀ ਚਰਚਾ ਕੀਤੀ ਸੀ। ਉਹਨਾਂ ਕਲਾਸਾਂ ਵਿੱਚ ਅਸੀਂ ਦੇਖਿਆ ਕਿ 1793 ਈਸਵੀ ਦੇ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਸਥਾਈ ਬੰਦੋਬਸਤ ਨੂੰ ਲਾਗੂ ਕੀਤਾ ਸੀ। ਇਸ ਬੰਦੋਬਸਤ ਵਿੱਚ ਜ਼ਮੀਂਦਾਰਾਂ ਨੂੰ ਭੂਮੀ ਦਾ ਮਾਲਿਕ ਮੰਨਿਆ ਗਿਆ ਸੀ। ਇਸ ਲਈ ਸਥਾਈ ਬੰਦੋਬਸਤ ਨੂੰ ਜ਼ਮੀਂਦਾਰੀ ਬੰਦੋਬਸਤ ਵੀ ਕਹਿੰਦੇ ਸਨ। ਇਸ ਬੰਦੋਬਸਤ ਦੇ ਅਨੇਕ ਲਾਭ ਅਤੇ ਨੁਕਸਾਨ ਸਨ, ਜਿਨ੍ਹਾਂ ਦੀ ਚਰਚਾ ਵੀ ਅਸੀਂ ਪਿਛਲੀ ਕਲਾਸਾਂ ਵਿੱਚ ਕੀਤੀ ਹੈ। ਅੱਜ ਦੀ ਕਲਾਸ ਵਿੱਚ ਅਸੀਂ 2 ਨੰਬਰ ਦੇ ਬੰਦੋਬਸਤ ਦੀ ਚਰਚਾ ਕਰਾਂਗੇ, ਜਿਸ ਦਾ ਨਾਮ ਹੈ ਰੇਤਵਾੜੀ ਬੰਦੋਬਸਤ। ਸ਼ੁਰੂ ਕਰਦੇ ਹਾਂ। 1820 ਈਸਵੀ ਵਿੱਚ ਮਦਰਾਸ ਦੇ ਗਵਰਨਰ ਥਾਮਸ ਮੁਨਰੋ ਨੇ ਇੱਕ ਨਵਾਂ ਬੰਦੋਬਸਤ ਲਾਗੂ ਕੀਤਾ, ਜਿਸ ਨੂੰ ਰੇਤਵਾੜੀ ਬੰਦੋਬਸਤ ਕਹਿੰਦੇ ਹਨ। ਕੁਝ ਸਮੇਂ ਬਾਅਦ ਵਿੱਚ ਇਸ ਨੂੰ ਬੰਬਈ ਵਿੱਚ ਵੀ ਲਾਗੂ ਕੀਤਾ ਗਿਆ। ਇਸ ਬੰਦੋਬਸਤ ਦੇ ਅੰਤਰਗਤ ਸਰਕਾਰ ਨੇ ਰੈਅਤ ਯਾਨੀ ਕਿਸਾਨਾਂ ਦੇ ਨਾਲ ਸਿੱਧਾ ਸਮਝੌਤਾ ਕੀਤਾ। ਉਹਨਾਂ ਨੂੰ ਭੂਮੀ ਦਾ ਮਾਲਿਕ ਮੰਨ ਲਿਆ ਗਿਆ। ਇਸ ਦੇ ਲਈ ਕੇਵਲ ਇੱਕ ਹੀ ਸ਼ਰਤ ਸੀ ਕਿ ਉਹ ਸਮੇਂ ਤੇ ਆਪਣਾ ਲਗਾਨ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਰਹਿਣ। ਕਿਸਾਨਾਂ ਤੋਂ ਲਿਆ ਜਾਣ ਵਾਲਾ ਲਗਾਨ 20 ਤੋਂ 30 ਸਾਲਾਂ ਦੇ ਬਾਅਦ ਦੁਬਾਰਾ ਵਧਾਇਆ ਜਾ ਸਕਦਾ ਸੀ। ਇਸ ਤਰ੍ਹਾਂ ਇਸ ਬੰਦੋਬਸਤ ਵਿੱਚ ਸਰਕਾਰ ਨੇ ਸਥਾਈ ਬੰਦੋਬਸਤ ਦੀ ਕਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ। ਸਥਾਈ ਬੰਦੋਬਸਤ ਦੇ ਅੰਤਰਗਤ ਸਰਕਾਰ ਨੇ ਜੋ ਲਗਾਨ ਇੱਕ ਵਾਰ ਨਿਸ਼ਚਿਤ ਕਰ ਦਿੱਤਾ ਸੀ, ਉਸ ਵਿੱਚ ਬਦਲਾਵ ਸਰਕਾਰ ਨਹੀਂ ਕਰ ਸਕਦੀ ਸੀ। ਰੇਤਵਾੜੀ ਬੰਦੋਬਸਤ ਦੇ ਕਾਰਨ ਕਿਸਾਨਾਂ ਦੀ ਸਥਿਤੀ ਕੁਝ ਚੰਗੀ ਹੋ ਗਈ, ਕਿਉਂਕਿ ਉਹਨਾਂ ਨੂੰ ਭੂਮੀ ਦਾ ਮਾਲਿਕ ਮੰਨ ਲਿਆ ਗਿਆ ਸੀ। ਉਹਨਾਂ ਦੇ ਅਤੇ ਸਰਕਾਰ ਦੇ ਵਿੱਚ ਜਿੰਨੇ ਵੀ ਮੀਡੀਏਟਰ ਸਨ ਜਾਂ ਦਲਾਲ ਸਨ, ਉਹਨਾਂ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਇਹ ਬੰਦੋਬਸਤ ਸਰਕਾਰ ਦੇ ਲਈ ਵੀ ਬੜਾ ਫਾਇਦੇਮੰਦ ਸਿੱਧ ਹੋਇਆ, ਕਿਉਂਕਿ ਇਸ ਕਾਰਨ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋ ਗਿਆ ਸੀ। ਇਹਨਾਂ ਕਾਰਨਾਂ ਤੋਂ ਹੀ ਰੇਤਵਾੜੀ ਬੰਦੋਬਸਤ ਨੂੰ ਸਥਾਈ ਬੰਦੋਬਸਤ ਤੋਂ ਜ਼ਿਆਦਾ ਚੰਗਾ ਮੰਨਿਆ ਜਾਂਦਾ ਸੀ। ਪਰੰਤੂ ਇਸ ਬੰਦੋਬਸਤ ਵਿੱਚ ਵੀ ਕਈ ਕਮੀਆਂ ਸਨ। ਜਿਵੇਂ ਸਰਕਾਰ ਨੇ ਕਿਸਾਨਾਂ ਤੋਂ ਬਹੁਤ ਜ਼ਿਆਦਾ ਲਗਾਨ ਵਸੂਲ ਕੀਤਾ। ਇਹ ਕੁੱਲ ਉਪਜ ਦਾ 45 ਤੋਂ 55% ਤੱਕ ਹੁੰਦਾ ਸੀ। ਕਿਸਾਨਾਂ ਨੂੰ ਫਸਲਾਂ ਦੇ ਨਸ਼ਟ ਹੋਣ ਦੀ ਹਾਲਤ ਵਿੱਚ ਵੀ ਲਗਾਨ ਦੇਣਾ ਹੀ ਪੈਂਦਾ ਸੀ। ਜੇਕਰ ਕਿਸਾਨ ਲਗਾਨ ਨਹੀਂ ਦਿੰਦਾ ਸੀ ਤਾਂ ਸਰਕਾਰ ਨੂੰ ਉਹਨਾਂ ਦੀ ਜ਼ਮੀਨਾਂ ਵੇਚਣ ਦਾ ਅਧਿਕਾਰ ਸੀ। ਸਰਕਾਰ ਨੂੰ ਇਹ ਅਧਿਕਾਰ ਸੀ ਕਿ ਉਹ ਜਦੋਂ ਵੀ ਚਾਹੇ ਲਗਾਨ ਦੀ ਦਰ ਵਿੱਚ ਵਾਧਾ ਕਰ ਸਕਦੀ ਹੈ। ਅਸਲ ਵਿੱਚ ਇਸ ਬੰਦੋਬਸਤ ਵਿੱਚ ਜ਼ਮੀਂਦਾਰਾਂ ਦੀ ਬਜਾਏ ਸਰਕਾਰ
ਕਿਸਾਨਾਂ ਦਾ ਸਿੱਧਾ ਸ਼ੋਸ਼ਣ ਕਰਦੀ ਸੀ। ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤਾ ਗਿਆ ਤੀਜਾ ਬੰਦੋਬਸਤ ਸੀ ਮਹਿਲਵਾੜੀ ਬੰਦੋਬਸਤ। ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਰਾਬਰਟ ਬਰਡ ਅਤੇ ਜੇਮਸ ਥਾਮਸਨ ਨਾਂ ਦੇ ਅੰਗਰੇਜ਼ ਅਧਿਕਾਰੀਆਂ ਨੇ ਮਹਿਲਵਾੜੀ ਬੰਦੋਬਸਤ ਨੂੰ ਲਾਗੂ ਕੀਤਾ। ਬਾਅਦ ਵਿੱਚ ਇਸ ਬੰਦੋਬਸਤ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਗਿਆ। ਇਹ ਬੰਦੋਬਸਤ ਪਿੰਡਾਂ ਦੇ ਸਾਂਝੇ ਭਾਈਚਾਰੇ ਦੇ ਨਾਲ ਕੀਤਾ ਜਾਂਦਾ ਸੀ। ਪਿੰਡਾਂ ਦੇ ਸਮੂਹ ਮਹਿਲ ਕਹਾਉਂਦੇ ਸਨ, ਇਸ ਲਈ ਇਹਨਾਂ ਨਾਲ ਕੀਤੇ ਗਏ ਬੰਦੋਬਸਤ ਨੂੰ ਮਹਿਲਵਾੜੀ ਬੰਦੋਬਸਤ ਦੇ ਨਾਂ ਤੋਂ ਜਾਣਿਆ ਗਿਆ। ਇਸ ਬੰਦੋਬਸਤ ਦੇ ਅੰਤਰਗਤ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਪਿੰਡਾਂ ਦੇ ਭਾਈਚਾਰੇ ਦੀ ਹੀ ਹੁੰਦੀ ਸੀ। ਭਾਈਚਾਰੇ ਵਿੱਚ ਹਰ ਕਿਸਾਨ ਤੋਂ ਲਿੱਤਾ ਜਾਣ ਵਾਲਾ ਲਗਾਨ ਵੱਖ ਰੂਪ ਤੋਂ ਨਿਸ਼ਚਿਤ ਕੀਤਾ ਜਾਂਦਾ ਸੀ, ਪਰੰਤੂ ਯਦि ਉਹ ਇਹ ਲਗਾਨ ਅਦਾ ਨਾ ਕਰ ਸਕੇ ਤਾਂ ਉਹ ਭਾਈਚਾਰਾ ਸਾਂਝੇ ਰੂਪ ਨਾਲ ਇਸ ਦੀ ਅਦਾਇਗੀ ਸਰਕਾਰ ਨੂੰ ਕਰ ਦਿੰਦਾ ਸੀ। ਇਸ ਕਾਰਨ ਸਰਕਾਰ ਨੂੰ ਕੋਈ ਹਾਨੀ ਨਹੀਂ ਚੁੱਕਣੀ ਪੈਂਦੀ ਸੀ। ਇਹ ਬੰਦੋਬਸਤ ਲੰਬੇ ਸਮੇਂ ਦੇ ਲਈ ਕੀਤਾ ਜਾਂਦਾ ਸੀ। ਇਸ ਬੰਦੋਬਸਤ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਕਿਉਂਕਿ ਇਸ ਵਿੱਚ ਰੈਤਵਾੜੀ ਬੰਦੋਬਸਤ ਅਤੇ ਸਥਾਈ ਬੰਦੋਬਸਤ ਦੇ ਗੁਣ ਮੌਜੂਦ ਸਨ। ਇਸ ਬੰਦੋਬਸਤ ਦਾ ਦੋਸ਼ ਇਹ ਸੀ ਕਿ ਪਿੰਡਾਂ ਦੇ ਭਾਈਚਾਰੇ ਤੋਂ ਵਸੂਲ ਕੀਤੇ ਜਾਣ ਵਾਲੇ ਲਗਾਨ ਦੀ ਦਰ ਬਹੁਤ ਜ਼ਿਆਦਾ ਉੱਚੀ ਹੁੰਦੀ ਸੀ। ਅਗਲਾ ਸਾਡਾ ਮੇਨ ਪੁਆਇੰਟ ਹੈ ਇਹਨਾਂ ਬੰਦੋਬਸਤਾਂ ਦਾ ਪੇਂਡੂ ਅਰਥ ਵਿਵਸਥਾ 'ਤੇ ਪ੍ਰਭਾਵ। ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਸ਼ੁਰੂ ਕੀਤੇ ਗਏ ਭੂਮੀ ਬੰਦੋਬਸਤਾਂ ਦਾ ਭਾਰਤੀ ਪੇਂਡੂ ਅਰਥ ਵਿਵਸਥਾ 'ਤੇ ਡੂੰਘਾ ਪ੍ਰਭਾਵ ਪਿਆ। ਇਸ ਤੋਂ ਪਹਿਲਾਂ ਭਾਰਤੀ ਪਿੰਡ ਲਗਭਗ ਆਤਮ ਨਿਰਭਰ ਹੁੰਦੇ ਸਨ। ਉਹ ਆਪਣੀ ਦੈਨਿਕ ਜ਼ਰੂਰਤਾਂ ਦੀ ਵਸਤੂਆਂ ਖੁਦ ਪੈਦਾ ਕਰਦੇ ਸਨ। ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਨਹੀਂ ਕੀਤਾ ਜਾ ਸਕਦਾ ਸੀ। ਲਗਾਨ ਦੀ ਅਦਾਇਗੀ ਫਸਲਾਂ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਪਿੰਡਾਂ ਵਿੱਚ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਸੀ। ਅੰਗਰੇਜ਼ਾਂ ਦੁਆਰਾ ਪਿੰਡਾਂ ਦੇ ਮਾਮਲਿਆਂ ਵਿੱਚ ਦੇਖਭਾਲ ਦੇ ਲਈ ਸਿੱਧੇ ਲਗਾਨ ਅਧਿਕਾਰੀ, ਪੁਲਿਸ ਅਤੇ ਨਿਆਂ ਅਧਿਕਾਰੀ ਨਿਯੁਕਤ ਕੀਤੇ ਗਏ। ਇਸ ਕਾਰਨ ਗ੍ਰਾਮ ਪੰਚਾਇਤਾਂ ਦੀ ਸੱਤਾ ਖਤਮ ਹੋ ਗਈ। ਲਗਾਨ ਨਕਦੀ ਦੇ ਰੂਪ ਵਿੱਚ ਵਸੂਲ ਕੀਤਾ ਜਾਣ ਲੱਗ ਪਿਆ। ਇਸ ਲਈ ਕਿਸਾਨ ਅਜਿਹੀਆਂ ਫਸਲਾਂ ਉਗਾਉਣ ਦੇ ਲਈ ਮਜਬੂਰ ਹੋਏ ਜਿਨ੍ਹਾਂ ਨੂੰ ਬਾਜ਼ਾਰ ਦੇ ਵਿੱਚ ਸਿੱਧਾ ਲੈ ਜਾ ਕੇ ਵੇਚਿਆ ਜਾ ਸਕੇ। ਅੰਗਰੇਜ਼ਾਂ ਨੇ ਭੂਮੀ ਨੂੰ ਵੇਚਣ, ਉਸ ਨੂੰ ਗਿਰਵੀ ਰੱਖਣ ਅਤੇ ਭੂਮੀ ਨੂੰ ਕਿਸੇ ਹੋਰ ਨੂੰ ਦਿੱਤੀ ਜਾ ਸਕਣ ਵਾਲੀ ਵਸਤੂ ਬਣਾ ਦਿੱਤਾ। ਇਸ ਕਾਰਨ ਹੁਣ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖਲ ਕੀਤਾ ਜਾ ਸਕਿਆ। ਪਿੰਡਾਂ ਵਿੱਚ ਬਾਹਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਪਹੁੰਚਣ ਦੇ ਕਾਰਨ ਸਥਾਨਿਕ ਦਸਤਕਾਰਾਂ ਦੇ ਧੰਦੇ ਵੀ ਚੌਪਟ ਹੋ ਗਏ। ਇਹਨਾਂ ਸਾਰੇ ਕਾਰਨਾਂ ਦੇ ਸਿੱਟੇ ਵਜੋਂ ਪੇਂਡੂ ਆਤਮ ਨਿਰਭਰਤਾ ਖਤਮ ਹੁੰਦੀ ਚਲੀ ਗਈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਸਾਡਾ ਇਹ ਕੁਐਸਚਨ ਪੂਰਾ ਹੋ ਗਿਆ ਹੈ।
ਤੁਸੀਂ ਨਾਲ ਨੋਟਸ ਬਣਾ ਰਹੀਆਂ ਹੋਵਗੀਆਂ। ਕੁਐਸਚਨ ਬਹੁਤ ਇੰਟਰਸਟਿੰਗ ਸੀ ਤੇ ਸੌਖਾ ਵੀ ਬਹੁਤ ਸੀ। ਛੋਟਾ ਪ੍ਰਸ਼ਨ ਜ਼ਰੂਰ ਪੁੱਛਿਆ ਜਾਊਗਾ। ਵੱਡਾ ਪ੍ਰਸ਼ਨ ਇਹ ਪਿਛਲੇ ਸਾਲ ਪੁੱਛਿਆ ਗਿਆ ਹੈ। ਅਗਲੀ ਕਲਾਸ ਵਿੱਚ ਨਵੇਂ ਪ੍ਰਸ਼ਨ ਦੇ ਨਾਲ ਫਿਰ ਮਿਲਦੇ ਹਾਂ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।